ਦੌੜ ਪ੍ਰਧਾਨਗੀ ਨੂੰ ਲੈ ਕੇ ਆ, ਪ੍ਰਧਾਨਗੀ ਦੀ ਕੁਰਸੀ ਤੇ ਬਹਿਣ ਨੂੰ ਲੈ ਕੇ ਆ, ਜਾਂ ਸੱਚਮੁੱਚ ਹੀ ਵਿਕਾਸ ਨੂੰ ਲੈ ਕੇ? ਹੁਣ ਜੇ ਅਸੀਂ ਕੰਮ ਕਰਨ ਲੱਗੇ ਹਾਂ ਤੇ ਇਹਨਾਂ ਦੇ ਢਿੱਡ 'ਚ ਪੀੜ ਹੋਣ ਲੱਗ ਪਈ। ਕਾਂਗਰਸ ਦੀਆਂ ਜਿਹੜੇ ਇਹ ਗੱਲਾਂ ਕਰਦੇ ਨੇ, ਉਹਨਾਂ ਦੀਆਂ ਨਲਾਇਕੀਆਂ, ਜੇ ਇਹਨਾਂ ਨੇ ਕੰਮ ਕੀਤੇ ਹੁੰਦੇ ਤੇ ਲੋਕਾਂ ਨੂੰ ਇਹ ਮੂੰਹ ਵਿਖਾਉਣ ਜੋਗੇ ਰਹਿੰਦੇ ਕਿ ਅਸੀਂ ਵਾਕਈ ਕੁਝ ਸ਼ਹਿਰ ਵਾਸਤੇ ਕਰਕੇ ਦਿਖਾਇਆ। ਇਹ ਜਿਹੜੇ ਆ ਵੀਰ ਆ, ਇਹ ਆਪਣੇ ਜਿਹੜੇ ਕਾਂਗਰਸ ਤੇ ਬੀਜੇਪੀ ਵੀ ਕਦੀ ਇਕੱਠੀ ਹੋਈ? ਇਹ ਦੋਨੇ ਜਿਹੜੀਆਂ ਲੀਡਰਸ਼ਿਪ ਨੇ, ਇਹ ਚਾਹੁੰਦੀਆਂ ਨੇ ਕਿ ਸ਼ਹਿਰ ਦਾ ਡਿਵੈਲਪਮੈਂਟ, ਸ਼ਹਿਰ ਦਾ ਵਿਕਾਸ ਨਾ ਹੋ ਸਕੇ, ਔਰ ਇਸ ਵਾਸਤੇ ਇਹ ਕੋਈ ਨਾ ਕੋਈ ਅੜਚਨ ਨਵੀਂ ਪੈਦਾ ਕਰਦੀਆਂ। ਜੇ ਇਹ ਕੰਮ ਕਰਨ ਵਾਲੇ ਹੁੰਦੇ ਤੇ ਇਹਨਾਂ ਨੂੰ ਲਾਉਂਦੇ ਕਿਉਂ ਨਹੀਂ? ਜਿੱਥੋਂ ਤੱਕ ਇਹਨਾਂ ਵੀਰਾਂ ਦੀ ਗੱਲ ਹੈ, ਮੈਂ ਇੱਥੇ ਜੇਕਰ ਕਹਿ ਲਵਾਂ ਕਿ ਵਿਕਾਸ ਦੀ ਲੜੀ ਜਿਹੜੀ ਹੈ ਮਾਨਯੋਗ ਕੈਬਨਿਟ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਜੋ ਚੱਲ ਰਹੀ ਹੈ ਵਿਕਾਸ ਦੀ ਲੜੀ, ਉਹ ਚੀਜ਼ ਇਹਨਾਂ ਲੋਕਾਂ ਨੂੰ ਅਸਲ ਦੇ ਵਿੱਚ ਹਜਮ ਨਹੀਂ ਹੋ ਰਹੀ। ਜੀ ਇੱਕ ਗੱਲ ਹੋਰ ਕਹਿੰਦੇ ਨੇ, ਜ਼ਮੀਨ ਦਾ ਮਾਮਲਾ ਤੁਸੀਂ ਕਿਹਾ ਕਿ ਬੋਲੀ ਹੋਈ ਹੈ ਬਕਾਇਦਾ, ਜੋ ਪ੍ਰਕਿਰਿਆ ਸਾਰੀ ਅਮਲ 'ਚ ਲਿਆਂਦੀ ਗਈ ਹੈ। ਉਹ ਕਹਿੰਦੇ ਕਿ ਜਦੋਂ ਅਸੀਂ ਇਸ ਸੰਬੰਧੀ ਵੱਧ ਪੈਸੇ ਭਰਨ ਨੂੰ ਤਿਆਰ ਸਾਂ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਹਿਬ ਦੇ ਪੇਸ਼ ਹੋਏ, ਅਦਾਲਤ ਨੇ ਵੀ ਸਟੇਕ ਉਹ ਕਰ ਦਿੱਤਾ ਕਿ ਜਿਹੜੇ ਹਾਲਾਤ ਬਣੇ ਰਹਿਣ। ਉਹ ਕਹਿੰਦੇ ਕਿ ਪ੍ਰਧਾਨ ਸਾਹਿਬ ਕੋਰਟ ਦੇ ਹੁਕਮਾਂ ਨੂੰ ਨਹੀਂ ਮੰਨਦੇ, ਸਟੇਟਸ ਕੋ ਦੀ ਬਜਾਏ ਵੀ ਜਿਹੜਾ ਆ ਆਪਣੇ ਛੇਤਿਆਂ ਨੂੰ ਪੈਲੀ ਵਹਾ ਦਿੱਤੀ ਗਈ, ਝੋਨਾ ਲਵਾ ਦਿੱਤਾ ਗਿਆ। ਇੱਥੇ ਹੀ ਨਾ ਇੱਕ ਭੰਬਲ ਭੂਸਾ ਕ੍ਰੀਏਟ ਹੁੰਦਾ। ਉਹ ਸਟੇਟਸ ਕੋ ਜਿਹੜਾ ਹੋਇਆ, ਜਿਹੜੇ ਹਾਲਾਤ ਜਿਉਂ ਦੇ ਤਿਉਂ ਬਣੇ ਰਹਿਣ, ਉਹ ਬੋਲੀ ਜਿਹਦੇ ਹੱਕ 'ਚ ਹੋਈ ਆ ਉਹਦੇ ਲਈ ਹੈ ਕਿ ਜਾਂ ਬੋਲੀ ਤੋਂ ਪਹਿਲਾਂ ਜਿਹੜੇ ਹਾਲਾਤ ਸੀ ਉਹਨਾਂ ਲਈ? ਤੁਸੀਂ ਇੱਕ ਸਵਾਲ ਕੀਤਾ ਕਿ ਇਹਨਾਂ ਨੇ 40,000 ਰੁਪਇਆ ਦੇਣਾ ਜਿਹੜਾ ਕਿਹਾ ਵੀ ਅਸੀਂ, ਸਾਡੇ ਕੋਲ 40,000 ਦੇ ਹਿਸਾਬ ਨਾਲ ਪ੍ਰਤੀ ਏਕੜ ਨਾਲ ਪੈਸੇ ਲੈਣੇ, ਨਾ ਤੇ ਮਿੱਥੇ ਸਮੇਂ ਤੇ ਨਾ ਮਿੱਥੇ ਦਿਨ ਤੇ ਇਹ ਲੋਕ ਇਸ ਕੰਪਲੈਕਸ ਦੇ ਵਿੱਚ ਆਏ, ਨਾ ਇਹਨਾਂ ਨੇ ਕੋਈ ਇੱਥੇ ਸਾਡੇ ਤੱਕ ਕੋਈ ਅਪਰੋਚ ਕੀਤੀ। ਹੁਣ ਮੈਂ ਤੁਹਾਡੀ ਗੱਲ ਨੂੰ ਅੱਗੇ ਤੋਰਦਿਆਂ ਕਹਾਂ ਕਿ 40,000 ਜੇ ਇਹ ਦੇ ਦੇਣ, ਕੱਲ੍ਹ ਨੂੰ ਉੱਠ ਕੇ ਅਗਲੇ ਦਿਨ ਫਰਦਰ ਨੈਕਸਟ ਡੇ ਕੋਈ ਕਹੇਗਾ ਮੈਂ 45,000 ਦੇ ਦਿਆਂਗਾ, ਮੈਂ 42,000 ਦੇ ਦਿਆਂਗਾ, ਮੈਂ 47, ਕਿ ਇਹ ਪ੍ਰੋਸੈਸ ਨੂੰ ਇਸੇ ਤਰ੍ਹਾਂ ਹੀ ਕੰਟੀਨਿਊਟੀ ਬਣੀ ਰਹੇਗੀ? ਇਹਦਾ ਮਤਲਬ ਕਿ ਕਾਨੂੰਨ ਤੇ ਕੋਈ ਚੀਜ਼ ਨਹੀਂ, ਇਹਨਾਂ ਲੋਕਾਂ ਵਾਸਤੇ ਕਾਨੂੰਨ ਕੋਈ ਚੀਜ਼ ਨਹੀਂ ਹੈਗੀ। ਦੋਸਤੋ, ਰੋਜ਼ਾਨਾ ਦਸਤਕ ਨਾਲ ਜੁੜ ਚੁੱਕੇ ਹੋ ਤੁਸੀਂ। ਮੇਰਾ ਨਾਮ ਹੈ ਗੁਰਜੀਤ ਸਿੰਘ ਬਾਠ। ਅੱਜ ਅਜਨਾਲਾ ਸ਼ਹਿਰ ਵਿੱਚ ਮੌਜੂਦ ਹਾਂ, ਗੱਲਬਾਤ ਕਰਾਂਗੇ ਨਗਰ ਪੰਚਾਇਤ ਅਜਨਾਲਾ ਦੇ ਚੱਲ ਰਹੇ ਕਲੈਸ਼ ਨੂੰ ਲੈ ਕੇ। ਕੱਲ ਤੁਸੀਂ ਦੇਖਿਆ ਹੋਣਾ ਕਿ ਅਜਨਾਲਾ ਦੇ ਵਿੱਚ 8 ਕਾਉਂਸਲਰਾਂ ਨੇ, ਜਿਹੜੇ ਮੌਜੂਦਾ ਕਾਉਂਸਲਰ ਨੇ, ਉਹਨਾਂ ਨੇ ਨਗਰ ਪੰਚਾਇਤ ਅਜਨਾਲਾ ਦੇ ਮੌਜੂਦਾ ਪ੍ਰਧਾਨ ਜਸਪਾਲ ਸਿੰਘ ਢਿੱਲੋਂ ਦੇ ਵਿਰੁੱਧ ਕੁਝ ਕਥਿਤ ਤੌਰ ਤੇ ਇਲਜ਼ਾਮ ਤਰਾਸ਼ੀ ਕੀਤੀ ਹੈ। ਕੀ ਹੈ ਉਹ ਸਾਰਾ ਮਾਮਲਾ? ਮੇਰੇ ਨਾਲ ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਜਸਪਾਲ ਸਿੰਘ ਢਿੱਲੋਂ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਕੇ ਸਾਰੇ ਮਸਲੇ ਤੋਂ ਪਰਦਾ ਚੁੱਕਣ ਦੀ ਕੋਸ਼ਿਸ਼ ਕਰਦੇ ਹਾਂ। ਪ੍ਰਧਾਨ ਜੀ, ਪਹਿਲਾਂ ਧੰਨਵਾਦ ਹੈ ਟਾਈਮ ਦੇਣ ਲਈ। ਬਹੁਤ ਬਹੁਤ ਧੰਨਵਾਦ ਬਾਠ ਸਾਹਿਬ ਤੁਹਾਡਾ, ਤੁਸੀਂ ਆਪਣੇ ਰੁਝੇਵਿਆਂ ਭਰੇ ਸਮੇਂ 'ਚੋਂ ਟਾਈਮ ਕੱਢਿਆ, ਬਹੁਤ ਧੰਨਵਾਦ ਤੁਹਾਡਾ। ਸੋ ਮੈਂ ਨਾ ਤੁਹਾਡੇ ਨਾਲ ਅਜਨਾਲੇ ਦੇ ਵਿਕਾਸ ਨੂੰ ਲੈ ਕੇ ਵੀ ਗੱਲਾਂ ਕਾਫੀ ਕਰਨੀਆਂ, ਕਿਉਂਕਿ ਜਦੋਂ ਦੇ ਅਸੀਂ ਵੇਖਣ ਡਏ ਆ ਨਾ, ਇੱਕ ਵਿਕਾਸ ਦਾ ਹੀ ਮੁੱਦਾ ਬਣਿਆ। ਭਾਵੇਂ ਅਕਾਲੀ ਸਰਕਾਰ ਆਈ ਆ, ਕਾਂਗਰਸ ਸਰਕਾਰ ਆਈ ਆ, ਬੇਸ਼ੱਕ ਹੁਣ ਆਮ ਆਦਮੀ ਪਾਰਟੀ ਆ, ਵੱਡੇ ਪੱਧਰ ਤੇ ਇਸੇ ਗੱਲ ਨੂੰ ਪ੍ਰਚਾਰਿਆ ਜਾਂਦਾ ਵੀ ਸ਼ਹਿਰ ਦਾ ਵਿਕਾਸ ਨਹੀਂ ਹੋਇਆ, ਵਿਕਾਸ ਨਹੀਂ ਹੋਇਆ। ਹੁਣ ਮੈਨੂੰ ਇਹ ਦੱਸਿਓ, ਪਹਿਲਾ ਮੇਰਾ ਸਵਾਲ ਇਹ ਹੈ, ਜਿਨ੍ਹਾਂ ਕਾਉਂਸਲਰਾਂ ਨੇ ਇੱਕ ਮੀਟਿੰਗ ਕਰਕੇ ਤੁਹਾਡੇ ਨਾਲ, ਤਾਂ ਤੁਹਾਡੀ ਅਗਵਾਈ ਕਹਿ ਲਓ ਜਾਂ ਤੁਹਾਡੇ ਨਾਲ ਸਹਿਯੋਗੀ ਸਹਿਮਤੀ ਕਹਿ ਲਓ, ਦੀਪਕ ਅਰੋੜਾ ਜੀ ਜਿਹੜੇ ਸਾਡੇ ਚਲੋ ਸਤਿਕਾਰਯੋਗ ਨੇ, ਵੱਡੇ ਭਰਾ ਨੇ, ਉਹਨਾਂ ਨੂੰ ਇਸ ਅਹੁਦੇ ਤੋਂ ਲਾਇਆ ਗਿਆ ਤੇ ਤੁਹਾਡਾ ਸਮਰਥਨ ਕੀਤਾ, ਤੁਹਾਨੂੰ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੌਂਪੀ। ਸਰਕਾਰ ਦਾ ਵੀ ਸਹਿਯੋਗ ਰਿਹਾ, ਇਹਨਾਂ ਕਾਉਂਸਲਰਾਂ ਦਾ ਵੀ ਸਹਿਯੋਗ ਰਿਹਾ। ਹੁਣ ਬੀਤੇ ਕੱਲ ਉਹੀ ਕਾਉਂਸਲਰ ਜਿਹੜੇ ਨੇ ਉਹਦੇ ਵਿੱਚੋਂ ਕਾਫੀ, ਉਹਨਾਂ ਨੇ ਇਕੱਠੇ ਹੋ ਕੇ ਸਹਿਮਤੀ ਪ੍ਰਗਟ ਕਰਦਿਆਂ ਤੁਹਾਡੇ ਵਿਰੁੱਧ ਜਿਹੜੀ ਇੱਕ ਲਾਮਬੰਦੀ ਕੀਤੀ ਹੈ। ਕਿਵੇਂ ਵੇਖ ਰਹੇ ਹੋ ਸਾਰੇ ਮਸਲੇ ਨੂੰ? ਦੇਖੋ ਜੀ ਬਾਠ ਸਾਹਿਬ, ਜਿਹੜੇ ਇਹ ਵੀਰ ਕੱਲ ਇਕੱਤਰ ਹੋਏ ਆ, ਇਹਨਾਂ ਵੀਰਾਂ ਨੇ ਜਿਹੜੀ ਇਲਜ਼ਾਮ ਤਰਾਸ਼ੀ ਕੀਤੀ ਹੈ, ਮੈਂ ਉਹਦੇ ਸੰਦਰਭ 'ਚ ਕਹਿਣਾ ਚਾਹੁੰਦਾ ਹੈ ਕਿ ਪਿਛਲੇ ਕਾਂਗਰਸ ਦੇ ਕਾਰਜਕਾਲ, 3 ਸਾਲ ਦਾ ਕਾਂਗਰਸ ਦੇ ਕਾਰਜਕਾਲ ਦੇ ਦਰਮਿਆਨ 3 ਸਾਲ ਜ਼ਮੀਨ ਜਿਹੜੀ ਆ, ਤੁਸੀਂ ਆਪ ਵੀ ਦੇਖਿਆ, ਤੁਸੀਂ ਆਪ ਵੀ ਜਾਂਦੇ ਰਹੇ ਹੋ, ਵਿਜ਼ਿਟ ਕਰਦੇ ਰਹੇ ਹੋ ਉਸ ਜਗ੍ਹਾ ਦੀ, ਉਹ 3 ਸਾਲ ਇਹਨਾਂ ਬੰਦਿਆਂ ਦੀ ਬਦੌਲਤ ਬੋਲੀ ਸਿਰੇ ਨਹੀਂ ਚੜ੍ਹ ਸਕੀ। ਔਰ ਰਹੀ ਗੱਲ ਇਹ ਕਾਂਗਰਸ ਦਾ, ਸਾਡਾ ਵੀਰ ਹੈ, ਛੋਟਾ ਮੇਰਾ ਵੀਰ ਹੈ, ਜੇਕਰ ਇਸ ਵੀਰ ਦੇ ਵਿੱਚ ਕੰਮ ਕਰਨ ਦੀ ਕਾਬਲੀਅਤ ਜਾਂ ਕੰਮ ਕਰਨ ਦੀ ਸਮਰੱਥਾ ਹੁੰਦੀ ਤੇ ਇਹਦੇ ਖਿਲਾਫ ਜਿਹੜੇ ਆ 13-14 ਕਾਉਂਸਲਰ ਜਿਹੜੇ ਆ, 14 ਕਾਉਂਸਲਰ ਕਿਉਂ ਇਕੱਤਰ ਹੁੰਦੇ? ਇਹ ਨੌਬਤ ਕਿਉਂ ਆਈ? ਕਿਉਂਕਿ ਛੋਟੇ ਵੀਰ ਦੇ ਵਿੱਚ, ਜੇ ਮੈਂ ਕਹਿ ਲਵਾਂ ਕਿ ਇਹਦੇ ਵਿੱਚ ਕੰਮ ਕਰਨ ਦਾ
ਇਹਨੂੰ ਤਜਰਬੇ ਦੀ ਘਾਟ ਸੀ, ਜਿਸ ਕਾਰਨ ਤੁਸੀਂ ਦੇਖਿਆ ਜਾਂ ਮੈਂ ਕਹਿ ਲਵਾਂ ਕਿ ਕਾਂਗਰਸ ਪਾਰਟੀ ਜਿਹੜੀ ਹੈ ਜਾਂ ਇਹਨਾਂ ਲੋਕਾਂ ਦੀ ਨਲਾਇਕੀ ਦੇ ਕਾਰਨ ਜੋ ਨਗਰ ਪੰਚਾਇਤ ਦਾ ਰੈਵਨਿਊ ਜਿਹੜਾ ਸੀ ਉਹਦਾ ਨੁਕਸਾਨ ਹੋਇਆ 3 ਸਾਲ ਦੇ ਕਰੀਬ, ਇਹਨਾਂ ਲੋਕਾਂ ਦੀ ਬਦੌਲਤ 3 ਸਾਲ ਪਹਿਲੀ ਖਾਲੀ ਪਈ ਰਹੀ। ਔਰ ਜਦੋਂ ਤੋਂ ਦਾਸ ਨੇ ਬਤੌਰ ਜ਼ਿੰਮੇਵਾਰੀ ਇਸ ਨਗਰ ਪੰਚਾਇਤ ਦੀ ਸੰਭਾਲੀ, ਮਾਨਯੋਗ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਸਾਹਿਬ ਦੀ ਯੋਗ ਅਗਵਾਈ ਅਤੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਉਸ ਸਮੇਂ ਦੇ ਦਰਮਿਆਨ ਜਿਹੜਾ ਸੀ ਅਸੀਂ ਫਿਰ ਕੋਸ਼ਿਸ਼ਾਂ ਕੀਤੀਆਂ ਕਿ ਇਹ ਜਿਹੜਾ ਆ ਇਹਨਾਂ ਲੋਕਾਂ ਨੇ ਜਿਹੜਾ ਇਹ ਹਊਆ ਬਣਾਇਆ ਸੀ ਵੀ ਜ਼ਮੀਨ ਚੜ੍ਹ ਨਹੀਂ ਸਕਦੀ, ਨਾ ਇਹ ਜ਼ਮੀਨ ਚੜ੍ਹੇਗੀ, ਉਸ ਜ਼ਮੀਨ ਨੂੰ ਅਸੀਂ ਨਗਰ ਪੰਚਾਇਤ ਨੇ ਬਕਾਇਦਾ ਇਹਦੀ ਅਖਬਾਰਾਂ ਦੇ ਵਿੱਚ ਪਬਲੀਕੇਸ਼ਨ ਕਰਵਾ ਕੇ ਟੌਪ ਮੋਸਟ 2 ਅਖਬਾਰਾਂ ਜਿਹੜੀਆਂ ਨੇ ਟ੍ਰਿਬਿਊਨ ਅਖਬਾਰ ਔਰ ਸਪੋਕਸਮੈਨ ਅਖਬਾਰਾਂ ਦੇ ਵਿੱਚ ਇਹਦੀ ਬਕਾਇਦਾ ਪਬਲੀਕੇਸ਼ਨਸ ਕਰਵਾਈਆਂ। ਫਿਰ ਸਾਰੇ ਸ਼ਹਿਰ ਦੇ ਵਿੱਚ ਮਨਾਦੀ ਕਰਾਈ, ਸਾਰੇ ਸ਼ਹਿਰ ਦੇ ਵਿੱਚ ਢੰਡੋਰਾ ਪਟਾਇਆ ਕਿ ਇਸ ਤਰੀਕ ਨੂੰ ਇੰਨੇ ਵਜੇ ਜਿਹੜਾ ਆ ਨਗਰ ਪੰਚਾਇਤ ਅਜਨਾਲਾ ਦੇ ਦਫ਼ਤਰ ਵਿਖੇ ਬੋਲੀ ਕਰਵਾਈ ਜਾਏਗੀ। ਔਰ ਮਿੱਥੇ ਸਮੇਂ ਦੇ ਦਰਮਿਆਨ ਅਫਸਰਾਨ ਦੀ ਹਾਜ਼ਰੀ ਦੇ ਵਿੱਚ ਵੱਖ-ਵੱਖ ਬੋਲੀਕਾਰ ਜਿਹੜੇ ਸੀ ਉਹ ਇੱਥੇ ਹਾਜ਼ਰ ਹੋਏ, ਇਸੇ ਕੰਪਲੈਕਸ ਦੇ ਵਿੱਚ ਜਿੱਥੇ ਤੁਸੀਂ ਅੱਜ ਆਪਣੇ ਨਾਲ ਰੂਬਰੂ ਹੋ ਰਹੇ ਹੋ। ਈਓ ਸਾਹਿਬ ਦੀ ਮੌਜੂਦਗੀ ਦੇ ਵਿੱਚ ਸਾਰੇ ਬਿਡਰਸ ਜਿਹੜੇ ਸੀ ਬੋਲੀ ਦੇਣ ਵਾਲੇ ਉਹ ਆਏ, ਜਿਹਦੇ ਵਿੱਚੋਂ ਤੁਸੀਂ ਜਾਣਦੇ ਹੋ ਕਿ ਜਿਹੜਾ ਵੱਡੀ ਬੋਲੀ ਦੇਵੇਗਾ, ਵੱਧ ਬੋਲੀ ਦੇਵੇਗਾ, ਉਹਦੀ ਬੋਲੀ ਜਿਹੜੀ ਆ ਉਹ ਮੰਨੀ ਜਾਂਦੀ ਹੈ। ਉਹ ਬੋਲੀ ਜਿਹੜੀ ਸੀ ਵੱਖ-ਵੱਖ ਬੋਲੀਕਾਰਾਂ ਨੇ ਬੋਲੀਆਂ ਦਿੱਤੀਆਂ, ਜਿਹਦੇ ਵਿੱਚੋਂ ਸਭ ਤੋਂ ਵੱਧ ਬੋਲੀਕਾਰ ਦੇ ਨਾਂ ਦੇ ਉੱਤੇ ਬੋਲੀ ਜਿਹੜੀ ਹੈ ਜ਼ਮੀਨ ਅਲਾਟ ਕਰਤੀ ਗਈ ਔਰ ਬਕਾਇਦਾ ਉਹਨਾਂ ਨੂੰ ਪੋਜੈਸ਼ਨ ਵੀ, ਜਦੋਂ ਨੈਚੁਰਲੀ ਹੈ ਕਿ ਜਦੋਂ ਲੋਕ ਪੈਸੇ ਜਮ੍ਹਾਂ ਕਰਾ ਦਿੰਦੇ ਨਗਰ ਕੌਂਸਲ ਨੂੰ, ਨਗਰ ਪੰਚਾਇਤ ਨੂੰ, ਤੇ ਉਹਨਾਂ ਨੂੰ ਪੋਜੈਸ਼ਨ ਵੀ ਜਿਹੜਾ ਉਹ ਦੇ ਦਿੱਤਾ ਜਾਂਦਾ। ਔਰ ਮੈਂ ਇੱਥੇ ਇਹਨਾਂ ਵੀਰਾਂ ਦੇ ਨਿਕੰਮੇਪਣ ਦਾ ਇੱਕ ਹੋਰ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਸਾਡੇ ਬਾਥਰੂਮਾਂ ਦੇ ਇੱਥੇ ਪੈਸੇ ਆਏ ਸੀ, ਪਿਛਲੇ 10-15 ਸਾਲਾਂ ਤੋਂ, 10 ਸਾਲ ਤੋਂ ਗਿਣ ਲਓ ਤੁਸੀਂ, ਕਾਫੀ ਲੰਬੇ ਸਮੇਂ ਤੋਂ ਪੈਸੇ ਜਿਹੜੇ ਸੀ ਉਹ ਬਾਥਰੂਮ ਨਹੀਂ ਬਣ ਸਕੇ। ਹੁਣ ਅਸੀਂ ਮਾਨਯੋਗ ਕੈਬਨਿਟ ਮੰਤਰੀ ਸਾਹਿਬ ਨੇ ਦੀਆਂ ਕੋਸ਼ਿਸ਼ਾਂ ਸਦਕਾ ਅਸੀਂ ਬਾਥਰੂਮਾਂ ਦਾ ਜਿਹੜਾ ਆ ਪ੍ਰੋਸੈਸ ਜਿਹੜਾ ਉਹਨੂੰ ਅਡਾਪਟ ਕਰਕੇ ਉਹਦੀਆਂ ਐਨਓਸੀਜ਼ ਜਿਹੜੀਆਂ ਇਹ ਕਹਿੰਦੇ ਕਿ ਬਾਥਰੂਮ ਬਣਾਤੇ ਜੀ ਇਹਨਾਂ ਨੇ, ਉਹ ਕਰਤਾ ਜੀ, ਇਹ ਕਰਤਾ, ਅਸੀਂ ਬਾਥਰੂਮ ਜਿਹੜੇ ਆ ਉਹ ਬਿਲਕੁਲ ਮਨਜ਼ੂਰੀ ਲੈ ਕੇ PWD ਡਿਪਾਰਟਮੈਂਟ ਤੋਂ ਉਹ ਤਿਆਰ ਕਰਨੇ ਸ਼ੁਰੂ ਕੀਤੇ ਔਰ ਸਾਡੇ ਬਾਥਰੂਮ ਤਕਰੀਬਨ ਲਗਭਗ ਤੁਸੀਂ ਦੇਖਿਆ ਹੋਣਾ ਹੈ ਕਿ ਆਲਮੋਸਟ ਸ਼ਹਿਰ ਦੇ ਵਿੱਚ ਤਿਆਰ ਹੋ ਕੇ ਹੋਣ ਨੂੰ ਤਿਆਰ ਨੇ। ਔਰ ਜਿੱਥੋਂ ਤੱਕ ਇਹਨਾਂ ਵੀਰਾਂ ਦੀ ਗੱਲ ਹੈ, ਮੈਂ ਇੱਥੇ ਜੇਕਰ ਕਹਿ ਲਵਾਂ ਕਿ ਵਿਕਾਸ ਦੀ ਲੜੀ ਜਿਹੜੀ ਹੈ ਮਾਨਯੋਗ ਕੈਬਨਿਟ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਜੋ ਚੱਲ ਰਹੀ ਹੈ ਵਿਕਾਸ ਦੀ ਲੜੀ, ਉਹ ਚੀਜ਼ ਇਹਨਾਂ ਲੋਕਾਂ ਨੂੰ ਅਸਲ ਦੇ ਵਿੱਚ ਹਜਮ ਨਹੀਂ ਹੋ ਰਹੀ। ਤਾਂ ਹੀ ਤੁਸੀਂ ਦੇਖਿਆ ਹੈ ਕਿ ਇਹ ਜਿਹੜੇ ਆ ਵੀਰ ਹੈ ਇਹ ਆਪਣੇ ਜਿਹੜੇ ਕਾਂਗਰਸ ਤੇ BJP ਵੀ ਕਦੀ ਇਕੱਠੀ ਹੋਈ, ਇਹ ਦੋਨੇ ਜਿਹੜੀਆਂ ਲੀਡਰਸ਼ਿਪ ਨੇ ਇਹ ਚਾਹੁੰਦੀਆਂ ਨੇ ਕਿ ਸ਼ਹਿਰ ਦਾ ਡਿਵੈਲਪਮੈਂਟ, ਸ਼ਹਿਰ ਦਾ ਵਿਕਾਸ ਨਾ ਹੋ ਸਕੇ ਔਰ ਇਸ ਵਾਸਤੇ ਇਹ ਕੋਈ ਨਾ ਕੋਈ ਅੜਚਨ ਨਵੀਂ ਪੈਦਾ ਕਰਦੀਆਂ। ਜੇ ਇਹ ਕੰਮ ਕਰਨ ਵਾਲੇ ਹੁੰਦੇ ਤੇ ਇਹਨਾਂ ਨੂੰ ਲਾਉਂਦੇ ਕਿਉਂ ਲੋਕ? ਸੋ ਪ੍ਰਧਾਨ ਜੀ ਇੱਕ ਗੱਲ ਹੋਰ ਕਹਿੰਦੇ ਨੇ, ਜ਼ਮੀਨ ਦਾ ਮਾਮਲਾ ਤੁਸੀਂ ਕਿਹਾ ਕਿ ਬੋਲੀ ਹੋਈ ਹੈ ਬਕਾਇਦਾ, ਜੋ ਪ੍ਰਕਿਰਿਆ ਸਾਰੀ ਅਮਲ ਚ ਲਿਆਂਦੀ ਗਈ ਹੈ। ਉਹ ਕਹਿੰਦੇ ਕਿ ਜਦੋਂ ਅਸੀਂ ਇਸ ਸੰਬੰਧੀ ਵੱਧ ਪੈਸੇ ਭਰਨ ਨੂੰ ਤਿਆਰ ਸਾਂ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਹਿਬ ਦੇ ਪੇਸ਼ ਹੋਏ, ਅਦਾਲਤ ਨੇ ਵੀ ਸਟੇਕ ਉਹ ਕਰ ਦਿੱਤਾ ਕਿ ਜਿਹੜੇ ਹਾਲਾਤ ਬਣੇ ਰਹਿਣ। ਉਹ ਕਹਿੰਦੇ ਕਿ ਪ੍ਰਧਾਨ ਸਾਹਿਬ ਕੋਰਟ ਦੇ ਹੁਕਮਾਂ ਨੂੰ ਨਹੀਂ ਮੰਨਦੇ, ਸਟੇਟਸ ਕੋ ਦੀ ਬਜਾਏ ਵੀ ਜਿਹੜਾ ਆ ਆਪਣੇ ਛੇਤਿਆਂ ਨੂੰ ਪੈਲੀ ਵਹਾ ਦਿੱਤੀ ਗਈ, ਝੋਨਾ ਲਵਾ ਦਿੱਤਾ ਗਿਆ। ਦੇਖੋ ਬਾੜ ਸਾਹਿਬ, ਮਾਨਯੋਗ ADC ਸਾਹਿਬ ਨੇ ਸਾਨੂੰ ਇੰਸਟਰਕਸ਼ਨਸ ਕੀਤੀਆਂ ਕਿ ਪੈਲੀ ਬੋਲੀ ਦੀ ਜਿਹੜੀ ਹੈ ਉਹਨੂੰ ਦੁਬਾਰਾ ਕਰਾਈ ਜਾਵੇ ਔਰ ਜਿਹੜੇ ਬੋਲੀਕਾਰ ਸਫਲ ਬੋਲੀਕਾਰ ਸੀ ਉਹਨਾਂ ਬੋਲੀਕਾਰਾਂ ਨੇ ADC ਸਾਹਿਬ ਨੂੰ ਜਾ ਕੇ ਰਿਕੁਐਸਟ ਦਿੱਤੀ ਆਪਣੀ, ਜੋ ਉਹਨਾਂ ਨੇ ਸਾਨੂੰ ਐਜ਼ ਪਰ ਰਿਕਾਰਡ ਪੇਸ਼ ਕੀਤਾ। ਉਹ ਸਫਲ ਬੋਲੀਕਾਰ ਹੀ ਜਿਹੜੇ ਸੀ ਉਹ ਉਹਨਾਂ ਨੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਔਰ ਮਾਨਯੋਗ ਹਾਈ ਕੋਰਟ ਨੇ ਸਾਨੂੰ ਕਲੀਅਰ ਕੱਟ ਇੰਸਟਰਕਸ਼ਨਸ ਦਿੱਤੀਆਂ ਕਿ ਜਿਸ ਤਰ੍ਹਾਂ ਦੀ ਜ਼ਮੀਨ ਜੋ ਸਿਚੁਏਸ਼ਨ ਹੈ ਉਹਨੂੰ ਅਮਲ ਦੇ ਵਿੱਚ ਉਸੇ ਤਰ੍ਹਾਂ ਲਿਆਂਦਾ ਜਾਵੇ। ਇੱਥੇ ਹੀ ਨਾ ਇੱਕ ਭੰਬਲ ਭੂਸਾ ਕ੍ਰੀਏਟ ਹੁੰਦਾ।
ਉਹ ਸਟੇਟਸ ਕੋ ਜਿਹੜਾ ਹੋਇਆ, ਜਿਹੜੇ ਹਾਲਾਤ ਜਿਉਂ ਦੇ ਤਿਉਂ ਬਣੇ ਰਹਿਣ, ਉਹ ਬੋਲੀ ਜਿਹਦੇ ਹੱਕ ਚ ਹੋਈ ਆ ਉਹਦੇ ਲਈ ਹੈ ਕਿ ਜਾਂ ਬੋਲੀ ਤੋਂ ਪਹਿਲਾਂ ਜਿਹੜੇ ਹਾਲਾਤ ਸੀ ਉਹਨਾਂ ਲਈ ਹੈ? ਬਿਲਕੁਲ ਬਾੜ ਸਾਹਿਬ, ਇਹ ਭੰਬਲ ਭੂਸੇ ਨੂੰ ਮੈਂ ਦੂਰ ਕਰਨਾ ਚਾਹੁੰਦਾ। ਇਹਨਾਂ ਵੀਰਾਂ ਨੂੰ, ਇਹ ਵੀਰ ਸ਼ਾਇਦ ਪਹਿਲੀ ਵਾਰੀ ਬਣ ਕੇ ਇੱਥੇ ਹਾਊਸ ਦੇ ਵਿੱਚ ਆਏ ਆ, ਇਹਨਾਂ ਨੂੰ ਸਟੇਟਸ ਕੋ ਤੇ ਇਹਦੇ ਬਾਰੇ ਜਾਣਕਾਰੀ ਨਹੀਂ। ਬਿਲਕੁਲ। ਮੈਂ ਇਸ ਜਾਣਕਾਰੀ ਨੂੰ ਦਰੁਸਤ ਕਰਨਾ ਚਾਹੁੰਦਾ ਹਾਂ ਕਿ ਮਾਣਯੋਗ ਸਾਡੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਕਲੀਅਰ ਕੱਟ ਇੰਸਟਰਕਸ਼ਨ ਦਿੱਤੀਆਂ ਨੇ ਕਿ ਜੇਕਰ ਤੁਸੀਂ ਜ਼ਮੀਨ ਜਿਹੜੀ ਹੈ ਉਹਦੀ ਬੋਲੀ ਕਰਵਾ ਦਿੱਤੀ ਹੈ ਔਰ ਪੋਜੈਸ਼ਨ ਦੇ ਦਿੱਤਾ ਹੈ ਤੇ ਐਜ਼ ਇਟ ਇਜ਼ ਰਹੇਗੀ, ਨਾ ਕਿ ਉਸ ਬੋਲੀ ਨੂੰ ਤੁਸੀਂ ਇੱਕ ਸਵਾਲ ਕੀਤਾ ਕਿ ਇਹਨਾਂ ਨੇ 40,000 ਰੁਪਇਆ ਦੇਣਾ ਜਿਹੜਾ ਕਿਹਾ ਵੀ ਅਸੀਂ ਸਾਡੇ ਕੋਲ 40,000 ਦੇ ਹਿਸਾਬ ਨਾਲ ਪ੍ਰਤੀ ਏਕੜ ਨਾਲ ਪੈਸੇ ਲੈ ਲਓ। ਨਾ ਤੇ ਮਿੱਥੇ ਸਮੇਂ ਤੇ ਨਾ ਮਿੱਥੇ ਦਿਨ ਤੇ ਇਹ ਲੋਕ ਇਸ ਕੰਪਲੈਕਸ ਦੇ ਵਿੱਚ ਆਏ, ਨਾ ਇਹਨਾਂ ਨੇ ਕੋਈ ਇੱਥੇ ਸਾਡੇ ਤੱਕ ਕੋਈ ਅਪਰੋਚ ਕੀਤੀ। ਹੁਣ ਮੈਂ ਤੁਹਾਡੀ ਗੱਲ ਨੂੰ ਅੱਗੇ ਤੋਰਦਿਆਂ ਕਹਾਂ ਕਿ 40,000 ਜੇ ਇਹ ਦੇ ਦੇਣ, ਕੱਲ ਨੂੰ ਉੱਠ ਕੇ ਅਗਲੇ ਦਿਨ ਫਰਦਰ ਨੈਕਸਟ ਡੇ ਕੋਈ ਕਹੇਗਾ ਮੈਂ 45,000 ਦੇ ਦਿਆਂਗਾ, ਮੈਂ 42,000 ਦੇ ਦਿਆਂਗਾ, ਮੈਂ 47, ਕਿ ਇਹ ਪ੍ਰੋਸੈਸ ਨੂੰ ਇਸੇ ਤਰ੍ਹਾਂ ਹੀ ਕੰਟੀਨਿਊਟੀ ਬਣੀ ਰਹੇਗੀ? ਇਹਦਾ ਮਤਲਬ ਕਿ ਕਾਨੂੰਨ ਤੇ ਕੋਈ ਚੀਜ਼ ਨਹੀਂ, ਇਹਨਾਂ ਲੋਕਾਂ ਵਾਸਤੇ ਕਾਨੂੰਨ ਕੋਈ ਚੀਜ਼ ਨਹੀਂ ਹੈਗੀ। ਔਰ ਮੈਂ ਇੱਥੇ ਦੱਸਣਾ ਚਾਹੁੰਦਾ ਹਾਂ ਕਿ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਨੂੰ ਅਸੀਂ ਇਨ ਬਿਨ ਮੰਨਦੇ ਹਾਂ। ਜੋ ਉਹਨਾਂ ਨੇ ਹੁਕਮ ਲਾਇਆ ਮਾਣਯੋਗ ਅਦਾਲਤ ਨੇ, ਅਸੀਂ ਉਹਦੀ ਪਾਲਣਾ ਕਰ ਰਹੇ ਹਾਂ। ਸੋ ਇੱਕ ਨਾ ਦੱਬੀ ਆਵਾਜ਼ 'ਚ ਕੁਝ ਕਾਉਂਸਲਰ ਗੱਲ ਕਰਦੇ ਆ, ਸਾਹਮਣੇ ਆਉਣ ਤੋਂ ਵੀ ਸ਼ਾਇਦ ਡਰਦੇ ਆ ਤੇ ਗੱਲ ਵੀ ਕਰ ਜਾਂਦੇ ਆ। ਉਹ ਕਹਿੰਦੇ ਆ ਕਿ ਜਿੱਦਣ ਤੁਸੀਂ ਵਿਕਾਸ ਕਾਰਜਾਂ ਨੂੰ ਲੈ ਕੇ ਮਤਾ ਪਾਇਆ, ਉਸ ਮਤੇ ਦੇ ਵਿੱਚ ਕੁਝ ਲਾਈਨਾਂ ਛੱਡ ਕੇ ਸਾਡੇ ਤੋਂ ਥੱਲੇ ਦਸਤਖਤ ਕਰਾ ਲਏ ਗਏ ਨੇ, ਔਰ ਬਾਅਦ ਵਿੱਚ ਜਿਹੜਾ ਹੈ ਉਹ ਆਪਣੀ ਮਨਮਰਜ਼ੀ ਦੇ ਨਾਲ ਜਿਹੜੇ ਵਿਕਾਸ ਕਾਰਜ ਨੇ ਕਰੋੜਾਂ ਦੇ ਜਿਹੜੇ ਆ ਉਹ ਆਪ ਭਰੇ ਗਏ ਨੇ। ਮੈਂ ਇੱਥੇ ਦੱਸਣਾ ਚਾਹੁੰਦਾ ਹਾਂ ਬਾੜ ਸਾਹਿਬ ਤੁਹਾਨੂੰ ਕਿ ਇਹ ਜਿਹੜੇ ਵੀਰ ਇਹ ਗੱਲਾਂ ਕਰਦੇ ਨੇ ਕਿ ਸਾਨੂੰ ਦੱਸਿਆ ਨਹੀਂ ਗਿਆ, ਸਾਨੂੰ ਪੁੱਛਿਆ ਨਹੀਂ ਗਿਆ, ਇਹਨਾਂ ਕੁਰਸੀਆਂ ਦੇ ਉੱਤੇ ਬੈਠ ਕੇ ਇਹਨਾਂ ਲੋਕਾਂ ਨੇ ਕੱਲੇ ਬੰਦੇ ਨੇ ਸਾਈਨ ਕੀਤੇ ਉਹ ਪ੍ਰੋਸੀਡਿੰਗ ਦੇ ਉੱਤੇ, ਔਰ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਗੱਲ ਕਹਿਣਾ ਕਿ ਇਹਨਾਂ ਸਾਰਿਆਂ ਨੂੰ ਇਸ ਗੱਲ ਦਾ ਪਤਾ ਵੀ ਹੈ ਔਰ ਇਲਮ ਵੀ ਹੈ ਕਿ ਕਿਹੜੇ ਵਿਕਾਸ ਦੇ ਕਾਰਜ ਜਿਹੜੇ ਆ ਉਹ ਹਾਊਸ ਦੇ ਵਿੱਚ ਪਾਸ ਕੀਤੇ ਗਏ। ਔਰ ਇਹਨਾਂ ਨੂੰ ਇੱਥੇ ਦੱਸਣਾ ਚਾਹੁੰਦਾ ਹੈ ਕਿ ਜਿਹੜੇ ਕੰਮ ਹਾਊਸ ਦੇ ਵਿੱਚ ਪਾਸ ਹੁੰਦੇ ਆ ਉਹਦੇ ਹੀ ਟੈਂਡਰ ਜਿਹੜੇ ਆ ਉਹ ਪਬਲਿਸ਼ ਹੁੰਦੇ। ਇਹਨਾਂ ਦੀ ਜਾਣਕਾਰੀ ਵਾਸਤੇ ਇੱਕ ਹੋਰ ਵਾਅਦਾ ਕਰ ਦੇਣਾ ਕਿ ਜਿਹੜੇ ਹਾਊਸ ਦੇ ਵਿੱਚ ਕੰਮ ਪਾਸ ਹੁੰਦੇ ਆ, ਤੁਹਾਡੀ ਹਾਜ਼ਰੀ ਦੇ ਵਿੱਚ ਕੰਮ ਪਾਸ ਹੋਏ ਨੇ, ਉਹਨਾਂ ਕੰਮਾਂ ਨੂੰ ਹੀ ਅਸੀਂ ਜਿਹੜਾ ਹੈ ਉਹ ਅੱਗੇ ਜਿਹੜਾ ਪਬਲਿਕੇਸ਼ਨ ਵਾਸਤੇ ਜਾਰੀ ਕੀਤਾ। ਸੋ ਪ੍ਰਧਾਨ ਸਾਹਿਬ, ਇਹ ਤੇ ਆਪਾਂ ਇਲਜ਼ਾਮ ਤਰਾਸ਼ੀ ਤੇ ਇੱਕ ਦੂਜੇ ਤੇ ਕਰ ਲੈਂਦੇ ਆ, ਪਰ ਜਿਹੜੀ ਰਿਟਨ ਦੇ ਵਿੱਚ ਕਾਰਵਾਈ ਹੁੰਦੀ ਆ, ਡਾਕੂਮੈਂਟਲੀ ਜਿੰਨੀ ਵੀ ਹੁੰਦੀ ਆ, ਉਹਨੂੰ ਆਪਾਂ ਝੁਠਲਾ ਨਹੀਂ ਸਕਦੇ। ਹੁਣ ਮੈਨੂੰ ਇਹ ਦੱਸਿਓ ਕਿ ਸਟੇਟਸ ਕੋ ਹੋਇਆ, ਡਿਪਟੀ ਕਮਿਸ਼ਨਰ ਵੱਲੋਂ ਜਾਂ ਅਦਾਲਤ ਵੱਲੋਂ ਕੋਈ ਤੁਹਾਨੂੰ ਰਿਟਨ ਦੇ ਵਿੱਚ ਹੋਰ ਹਦਾਇਤ ਮਿਲੀ ਕਿ ਜਿਹੜੀ ਜ਼ਮੀਨ ਆ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਬੋਲੀ ਦਿੱਤੀ ਹੈ, ਜਿਨ੍ਹਾਂ ਦੇ ਨਾਂ ਹੋ ਚੁੱਕੀ ਆ, ਇਹਨਾਂ ਨੂੰ ਕਾਸ਼ਤ ਕਰਨ ਦਾ ਮੌਕਾ ਦਿੱਤਾ ਜਾਵੇ? ਬਿਲਕੁਲ, ਮਾਣਯੋਗ ਅਦਾਲਤ ਨੇ, ਮੈਂ ਇੱਥੇ ਤੁਹਾਨੂੰ ਦਿਖਾਉਣਾ ਚਾਹੁੰਦਾ ਹਾਂ ਕਿ ਮਾਣਯੋਗ ਅਦਾਲਤ ਨੇ ਔਰ ਸਾਡੇ ਜਿਹੜਾ ਲੀਗਲ ਐਡਵਾਈਜ਼ਰ ਹੈ ਸਾਡੇ, ਉਹਨਾਂ ਨੇ ਵੀ ਰਿਟਨ ਦੇ ਵਿੱਚ ਮਾਣਯੋਗ ਅਦਾਲਤ ਨੂੰ ਲਿਖ ਕੇ ਵੀ ਭੇਜਿਆ ਔਰ ਮਾਣਯੋਗ ਅਦਾਲਤ ਨੇ ਵੀ ਸਾਨੂੰ ਇਹ ਕਲੀਅਰ ਕੱਟ ਇੰਸਟਰਕਸ਼ਨਸ ਦਿੱਤੀਆਂ ਨੇ ਕਿ ਜਿਹਦਾ ਪੋਜੈਸ਼ਨ ਹੈ ਉਹਦਾ ਪੋਜੈਸ਼ਨ ਟਿਲ ਡੇ, ਮਤਲਬ 12 ਉਹਦੀ ਨੈਕਸਟ ਫਰਦਰ ਹੀਅਰਿੰਗ ਹੈਗੀ ਹੈ, ਉਹਦੇ ਤੱਕ ਜਿਹੜੀ ਹੈ ਜਿਹਦਾ ਪੋਜੈਸ਼ਨ ਹੈ ਉਹਦਾ ਪੋਜੈਸ਼ਨ ਰਹੇਗਾ। ਇਹ ਦੂਜੀ ਪਾਰਟੀ ਵੀ ਕੋਰਟ 'ਚ ਗਈ ਹੈ? ਉਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ। ਮਤਲਬ ਕਿ ਤੁਹਾਡੇ ਕੋਲ ਰਿਟਨ ਦੇ ਵਿੱਚ ਕੁਝ ਨਹੀਂ ਆਇਆ? ਕੋਈ ਜਾਣਕਾਰੀ ਨਹੀਂ। ਸੋ ਇੱਕ ਹੋਰ ਸਵਾਲ ਕਲੀਅਰ ਕਰ ਦਿਓ ਵੀ ਇਹ ਇਕਜੁੱਟ ਹੋ ਕੇ ਤੁਸੀਂ ਦੀਪਕ ਨੂੰ ਪ੍ਰਧਾਨਗੀ ਤੋਂ ਲਾਇਆ ਸਾਰਿਆਂ ਨੇ ਕਿ ਜੀ ਸ਼ਹਿਰ ਦਾ ਵਿਕਾਸ ਜਾਂ ਜੋ ਵੀ ਕਮੀਆਂ ਤੁਸੀਂ ਗਿਣਾਈਆਂ ਹੋਣਗੀਆਂ ਉਸ ਵੇਲੇ, ਉਹੀ ਬੰਦੇ ਅੱਜ ਤੁਹਾਡੇ ਵਿਰੁੱਧ ਕਿਉਂ ਖੜੇ ਹੋ ਗਏ ਆ? ਕੀ ਕੋਈ ਇੱਥੇ ਇਸ ਤਰ੍ਹਾਂ ਦਾ ਕੰਮ ਚੱਲਦਾ ਹੈ ਜਿਹਦੇ ਵਿੱਚ ਉਹ ਕਹਿੰਦਾ ਵੀ ਮੈਨੂੰ ਮਾਨ ਸਨਮਾਨ ਨਹੀਂ ਮਿਲਿਆ, ਜਾਂ ਕੋਈ ਟੇਬਲ ਦੇ ਥੱਲੇੋਂ ਦੀ ਜਾਂ ਕੋਈ ਉੱਤੋਂ ਦੀ, ਕੋਈ ਇਸ ਤਰ੍ਹਾਂ ਦੀ ਗੱਲਬਾਤ? ਬਾੜ ਸਾਹਿਬ, ਮਾਨ ਸਤਿਕਾਰ ਦੀ ਤੁਸੀਂ ਗੱਲ ਕੀਤੀ ਹੈ। ਮੈਂ ਇਸ ਚੇਅਰ ਤੇ ਬੈਠਿਆਂ ਕਦੀ ਵੀ ਕਿਸੇ ਨਾਲ ਦਵੈਤ ਨਹੀਂ ਰੱਖੀ, ਚਾਹੇ ਉਹ ਕਾਂਗਰਸ ਪਾਰਟੀ ਦਾ ਹੋਵੇ, ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ। ਮੈਂ ਤਾਂ ਸਾਰਿਆਂ ਨੂੰ ਖੁੱਲ੍ਹਾ ਸੱਦਾ ਦੇਣਾ ਕਿ ਯਾਰ ਸ਼ਹਿਰ ਦੇ ਵਿਕਾਸ ਵਾਸਤੇ ਆਓ ਇੱਕ ਹੰਬਲਾ ਮਾਰੀਏ, ਸ਼ਹਿਰ ਨੂੰ ਚੰਗੀ ਦਿੱਖ ਦੇਣ ਵਾਸਤੇ, ਕਿਉਂਕਿ ਤੁਸੀਂ ਪਿਛਲੇ 5 ਸਾਲ ਕੀਤਾ ਕੁਛ ਨਹੀਂ। ਲੋਕਾਂ ਦੇ ਸਾਹਮਣੇ, ਤੁਹਾਡੇ ਵੀ ਸਾਹਮਣੇ ਆ ਬਾੜ ਸਾਹਿਬ, ਤੁਸੀਂ ਆ ਸੜਕ ਤੋਂ ਆਏ ਹੀ ਹੋ, ਆ ਸ਼ਿਵਪੁਰੀ ਰੋਡ ਨੂੰ ਤੁਸੀਂ ਜਾਂਦੇ ਦੇਖਿਆ ਹੋਊਗਾ ਕਿ ਜਦੋਂ 4 ਜਣੇ ਵਿਚਾਰੇ ਮੁਰਦਾ ਲੈ ਕੇ ਜਾਂਦੇ ਤੇ ਥੱਲਿਓਂ ਲੱਤਾਂ ਨਿਕਲ ਜਾਂਦੀਆਂ, ਕਿਉਂਕਿ ਤੁਸੀਂ ਰੋਡ ਨੂੰ ਭਲੀ ਭਾਂਤ ਜਾਣਦੇ ਹੋ। ਅੱਜ ਜਾ ਕੇ ਦੇਖੋ, ਆ ਮੈਂ ਤੁਹਾਨੂੰ ਦਿਖਾਉਣਾ ਸਾਰੀਆਂ ਇਹਦੀਆਂ ਵੀਡੀਓਜ਼, ਔਰ ਤੁਸੀਂ ਖੁਦ ਵੀ ਉੱਥੇ ਜਾ ਕੇ ਦੇਖ ਸਕਦੇ ਹੋ
ਕਿ ਵਿਕਾਸ ਦੇ ਕਾਰਜ ਜਿਹੜੇ ਆ ਉਹ ਧੜਾ ਧੜ ਚੱਲ ਰਹੇ ਆ, ਜਿਹਦੇ ਵਿੱਚੋਂ ਮਾਨਯੋਗ ਕੈਬਨਿਟ ਮੰਤਰੀ ਸਾਹਿਬ ਨੇ 5 ਸ਼ਹਿਰ ਦੇ ਵਿੱਚ ਬਾਥਰੂਮ ਸ਼ੁਰੂ ਕਰਵਾਏ ਨੇ। ਕਿਉਂਕਿ ਰਾਹਗੀਰ ਜਦੋਂ ਬਾਜ਼ਾਰੋਂ ਕੋਈ ਖਰੀਦਦਾਰੀ ਕਰਨ ਵਾਸਤੇ ਆਉਂਦਾ ਹੈ ਤੇ ਕਾਂਗਰਸ ਦੀ ਨਿਕੰਮੇਪਨ ਦੀ ਨਿਸ਼ਾਨੀ ਇਹ ਆ ਕਿ ਜੈਂਟਸ ਤੇ ਵਿਚਾਰੇ ਬਾਥਰੂਮ ਕਿਤੇ ਖੱਬੇ ਸੱਜੇ ਜਾ ਸਕਦੇ, ਪਰ ਲੇਡੀਜ਼ ਵਿਚਾਰੀਆਂ ਕਿੱਥੇ ਜਾਣ, ਉਹਨਾਂ ਵਾਸਤੇ ਇਹ ਢੁਕਵਾਂ ਪ੍ਰਬੰਧ ਨਹੀਂ ਕਰ ਸਕੇ। ਔਰ ਮਾਨਯੋਗ ਕੈਬਨਿਟ ਮੰਤਰੀ ਸਾਹਿਬ ਨੇ ਉਦਮ ਸਦਕਾ ਇਹ 5 ਬਾਥਰੂਮ ਸਾਡੇ ਜਿਹੜੇ ਉਹ ਬਹੁਤ ਜਲਦ ਤਿਆਰ ਹੋਣ ਜਾ ਰਹੇ। ਤੁਸੀਂ ਵੀ ਆਪ ਵਿਜ਼ਿਟ ਕਰਦੇ ਹੋ, ਸ਼ਹਿਰ ਵਿੱਚ ਰਹਿੰਦੇ ਹੋ, ਦੇਖਦੇ ਹੋ ਕਿ ਬਹੁਤ ਜਲਦੀ ਜਿਹੜਾ ਹੈ ਉਹ ਬਾਥਰੂਮ ਸਾਡੇ ਜਿਹੜੇ ਆ ਉਹ ਅਸੀਂ ਸ਼ਹਿਰ ਵਾਸੀਆਂ ਦੇ ਹਵਾਲੇ ਕਰਦੇ ਹਾਂ। ਚਲੋ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਆਪਾਂ ਜਦੋਂ ਤੁਹਾਡੇ ਕਾਰਜ ਮੁਕੰਮਲ ਹੁੰਦੇ ਆ ਆਪਾਂ ਇੱਕ ਝਾਤ ਜ਼ਰੂਰ ਉੱਤੇ ਵੀ ਕੈਮਰੇ ਰਾਹੀਂ ਮਾਰਾਂਗੇ। ਪਰ ਹੁਣ ਲਾਸਟ ਦੇ ਵਿੱਚ ਦੱਸ ਦਿਓ ਵੀ ਇਹ ਪਾੜਾ ਵਾਧਾ ਕਿਉਂ ਜਾ ਰਿਹਾ ਕੌਂਸਲਰਾਂ ਦੇ ਵਿੱਚ? ਕੀ ਇਹ ਦੌੜ ਪ੍ਰਧਾਨਗੀ ਨੂੰ ਲੈ ਕੇ ਆ, ਪ੍ਰਧਾਨਗੀ ਦੀ ਕੁਰਸੀ ਤੇ ਬਹਿਣ ਨੂੰ ਲੈ ਕੇ ਆ, ਜਾਂ ਸੱਚਮੁੱਚ ਹੀ ਵਿਕਾਸ ਨੂੰ ਲੈ ਕੇ ਆ? ਚਲੋ ਖੈਰ, ਇਹ ਉਹਨਾਂ ਦੀ WhatsApp ਸੋਚ ਹੈ, ਕੋਈ ਪਾੜੇ ਵਾਲੀ ਗੱਲ ਨਹੀਂ। ਸਾਰੇ ਅਸੀਂ ਇਕਜੁੱਟ ਸਾਰੇ ਭਰਾ ਆ, ਕੋਈ ਐਸੀ ਦੁਬਿਧਾ ਨਹੀਂ। ਬਹੁਤ ਜਲਦ ਦੀ ਮੀਟਿੰਗ ਵੀ ਕਾਲ ਕਰਨ ਜਾ ਰਹੇ ਹਾਂ ਔਰ ਸ਼ਹਿਰ ਵਾਸੀਆਂ ਨੂੰ ਦੱਸਣਾ ਚਾਹੁੰਦਾ ਹੈ ਕਿ ਜੋ ਜ਼ਿੰਮੇਵਾਰੀ ਦਾਸ ਦੇ ਸਿਰ ਤੇ ਤੁਸੀਂ ਪਾਈ ਹੈ ਉਹਨੂੰ ਇਨ ਬਿਨ ਨਿਭਾਉਣ ਦੀ ਪੂਰੀ ਗੁਰੂ ਦੀ ਕਿਰਪਾ ਦੇ ਨਾਲ ਕੋਸ਼ਿਸ਼ ਕਰਾਂਗਾ। ਕਿਤੇ ਵੀ ਆਪਣੀ ਡਿਊਟੀ ਦੇ ਵਿੱਚ ਕੁਤਾਹੀ ਨਹੀਂ ਵਰਤਾਂਗਾ, ਕਿਉਂਕਿ ਤੁਸੀਂ ਵਿਕਾਸ ਦੇ ਕਾਰਜਾਂ ਦੀ ਗੱਲ ਕਰੋ, IDBI ਬੈਂਕ ਰੋਡ ਨੂੰ ਉਹਦਾ ਬਾਈਪਾਸ ਦਾ ਵੀ ਸ਼ੁਰੂਆਤ ਹੋ ਚੁੱਕੀ ਹੈ। ਸ਼ਿਵਪੁਰੀ ਰੋਡ ਦੀ ਵੀ ਅੰਡਰ ਪ੍ਰੋਸੈਸ ਹੈ ਸਾਰਾ ਕੰਮ। ਰੋਡ ਤੇ ਧੜਾ ਧੜ ਕੰਮ ਵਿਕਾਸ ਦੇ ਚੱਲ ਰਹੇ ਨੇ। ਔਰ ਸ਼ਹਿਰ ਦੇ ਵਿੱਚ ਅਸੀਂ ਠੰਡੇ ਪਾਣੀ ਦੇ ਲੋਕਾਂ ਦੇ ਪੀਣ ਵਾਸਤੇ ਵਾਟਰ ਕੂਲਰ ਵੀ ਇਸ ਹਫਤੇ ਦੇ ਦਰਮਿਆਨ ਜਿਹੜੇ ਆ ਉਹ ਲਗਾਉਣ ਜਾ ਰਹੇ ਹਾਂ। ਉਸ ਤੋਂ ਬਾਅਦ ਸ਼ਹਿਰ ਦੇ ਵਿੱਚ ਅਸੀਂ ਬਿਜਲੀ ਦੇ ਸੰਕਟ ਨੂੰ ਦੂਰ ਕਰਨ ਵਾਸਤੇ ਮਾਨਯੋਗ ਕੈਬਨਿਟ ਮੰਤਰੀ ਸਾਹਿਬ ਦੇ ਆਦੇਸ਼ਾਂ ਤੇ ਜਿਹੜਾ ਸ਼ਹਿਰ ਦੇ ਵਿੱਚ 5 ਦੇ ਕਰੀਬ ਨਵੇਂ ਟਰਾਂਸਫਾਰਮਰ ਵੀ ਇੰਸਟਾਲ ਕਰਾਏ ਨੇ। ਹੁਣ ਥੋੜੇ ਸਮੇਂ ਦੇ ਦਰਮਿਆਨ 1-2 ਮਹੀਨਿਆਂ ਦੀ ਗੱਲ ਕਰਦਾ, ਇਹ ਨਲਾਇਕੀਆਂ ਕਾਂਗਰਸ ਦੀਆਂ ਜਿਹੜੇ ਇਹ ਗੱਲਾਂ ਕਰਦੇ ਨੇ, ਉਹਨਾਂ ਦੀਆਂ ਨਲਾਇਕੀਆਂ ਜੇ ਇਹਨਾਂ ਨੇ ਕੰਮ ਕੀਤੇ ਹੁੰਦੇ ਤੇ ਲੋਕਾਂ ਨੂੰ ਇਹ ਮੂੰਹ ਵਿਖਾਉਣ ਜੋਗੇ ਰਹਿੰਦੇ ਕਿ ਅਸੀਂ ਵਾਕਈ ਕੁਝ ਸ਼ਹਿਰ ਵਾਸਤੇ ਕਰਕੇ ਦਿਖਾਇਆ। ਹੁਣ ਜੇ ਅਸੀਂ ਕੰਮ ਕਰਨ ਲੱਗੇ ਹਾਂ ਤੇ ਇਹਨਾਂ ਦੇ ਢਿੱਡ 'ਚ ਪੀੜ ਹੋਣ ਲੱਗ ਪਈ ਕਿ ਯਾਰ ਇਹ ਕੰਮ, ਹਾਏ ਇੱਥੇ ਬਾਥਰੂਮ ਬਣਨੇ ਸ਼ੁਰੂ ਹੋ ਗਏ, ਇੱਥੇ ਸ਼ਿਵਪੁਰੀ ਰੋਡ ਤੇ ਬਾਈਪਾਸਾਂ ਦਾ ਨਿਰਮਾਣ ਸ਼ੁਰੂ ਹੋ ਗਿਆ, ਉਧਰ ਟਰਾਂਸਫਾਰਮਰ ਲੱਗਣੇ ਸ਼ੁਰੂ ਹੋ ਗਏ, ਉਧਰ ਲੋਕਾਂ ਦੇ ਪਾਣੀ ਪੀਣ ਵਾਸਤੇ ਵਾਟਰ ਕੂਲਰ ਲੱਗਣੇ ਸ਼ੁਰੂ ਹੋ ਗਏ। ਇਹਨਾਂ ਨੂੰ ਇਹ ਚੀਜ਼ਾਂ WhatsApp ਹਜਮ ਨਹੀਂ ਹੋ ਰਹੀਆਂ ਤੇ ਮੈਂ ਗੁਰੂ ਅੱਗੇ ਅਰਦਾਸ ਕਰਾਂਗਾ ਕਿ ਪਰਮਾਤਮਾ ਇਹਨਾਂ ਨੂੰ ਇਹ ਸਮੱਤ ਬਖਸ਼ੇ ਤੇ ਇਹਨਾਂ ਦਾ ਹਾਜ਼ਮ ਸ਼ਕਤੀ ਜਿਹੜੀ ਆ ਉਹ ਵੀ ਥੋੜੀ ਵਧੇ। ਸੋ ਧੰਨਵਾਦ ਹੈ ਪ੍ਰਧਾਨ ਸਾਹਿਬ। ਰੋਜ਼ਾਨਾ ਦਸਤਕ ਦੀ ਟੀਮ ਵੱਲੋਂ ਵੀ ਤੁਹਾਨੂੰ ਸ਼ੁਭ ਕਾਮਨਾਵਾਂ ਕਿ ਤੁਸੀਂ ਆਪਣੇ ਕਾਰਜ ਦੇ ਵਿੱਚ ਸਫਲ ਹੋਵੋ। ਸੋ ਦੋਸਤੋ, ਇਹ ਸਨ ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਜਸਪਾਲ ਸਿੰਘ ਢਿੱਲੋਂ, ਜਿਨ੍ਹਾਂ ਨੇ ਕੱਲ ਦੇ ਕਲੈਸ਼ ਜਿਹੜਾ ਚੱਲ ਰਿਹਾ ਉਹਦੇ ਤੋਂ ਬੜੀ ਬਰੀਕੀ ਦੇ ਨਾਲ ਤੇ ਬੜਾ ਵਧੀਆ ਲਫ਼ਜ਼ਾਂ ਦੇ ਵਿੱਚ ਪਰਦਾ ਚੁੱਕਣ ਦੀ ਕੋਸ਼ਿਸ਼ ਕੀਤੀ ਹੈ। ਸੋ ਤੁਸੀਂ ਸਾਡੇ ਨਾਲ ਬਣੇ ਰਹੋ, ਕੋਸ਼ਿਸ਼ ਕਰਾਂਗੇ ਕਿ ਹੋਰ ਵੀ ਗਰਾਊਂਡ ਪੱਧਰ ਦੀ ਜਿਹੜੀ ਜਾਣਕਾਰੀ ਹੈ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਰਹੀਏ। ਸੋ ਮੈਂ ਅਜਨਾਲਾ ਤੋਂ ਗੁਰਿੰਦਰ ਸਿੰਘ ਬਾਠ ਵਿਸ਼ੇਸ਼ ਰਿਪੋਰਟ ਲੈ ਕੇ ਬਹੁਤ ਬਹੁਤ ਧੰਨਵਾਦ।